एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद जप आदि सच जुगादि सच है भी सच नानक होसी भी सच धन जियो तिह को जग में मुक्ति हर चित में जुद विचारै देह अनित न नित रहै जस नाव चढ़ै पव सागर तारै धीरज धाम बनाए एह तन बुध सो दीपक ज्यों उजियारै ज्ञान है कि बढ़नी मनो हाथ लै कातरता कुतवार बुहारै जो तो प्रेम खेलन का चाओ सिर तार तली गली मेरी आओ इत मार्ग पैर तरीजै सिर दीजै कान ना कीजै सूरा सो पहचानिए जो लरै दीन के हेत पुरजा पुरजा कट मरै कबहू न छाड़ै खेत कहाँ तुष प्रभ बुद्ध हमारी बरन सकै महिमा जो तिहारी हम ना सकत कर सिफत तुम्हारी आप लेहो तुम कथा सुधारी मूक उतरै शास्त्र खट पिंग गिरन चढ़ जाए अंध लखै बदरो सुनै जो काल कृपा कराए अंध लखै बदरो सुनै जो काल कृपा कराए। वाहिगुरु साहिब जीओ। श्लोक महला पहला।
ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾ ਕਹੀ ਨਾ ਜਾਏ ਸਰੈ ਸਰੀਅਤ ਕਰ ਹੈ ਵਿਚਾਰ ਬਿਨ ਬੂਝੈ ਕੈਸੇ ਪਾਵਹਿ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜਿਹ ਤਿਰ ਦੇਖਾਂ ਤਹ ਤਿਰ ਮੌਜੂਦ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਗੁਰੂ ਘਰ ਦੇ ਬੇਦ ਬਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰੰਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਨਾ ਹਾਂ, ਕੁਰਬਾਨ ਜਾਨਾ ਹਾਂ, ਜੋ ਸ਼ਰਧਾ ਪ੍ਰੇਮਾ ਭਗਤੀ ਦੇ ਨਾਲ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ। ਸਭ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਅੱਜ 9ਵੇਂ ਪਾਤਸ਼ਾਹ 9ਵੇਂ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਹਰ ਗੁਰਸਿੱਖ ਮਾਈ ਭਾਈ ਹਮੇਸ਼ਾ ਇਹਨਾਂ ਸ਼ਬਦਾਂ ਰਾਹੀਂ ਯਾਦ ਕਰਦਾ ਹੈ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਈ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅੱਜ ਆਪਾਂ ਸ਼ਹੀਦੀ ਪੁਰਬ ਨੂੰ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ, ਪੁਕਾਰਿਆ ਵੀ ਕਿਉਂ ਨਾ ਜਾਵੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਦਾ ਸਦਕਾ ਹੀ ਅੱਜ ਅਸੀਂ ਸਾਰੇ ਗੁਰਸਿੱਖ ਵੀ ਤੇ ਨਾਲ ਹੀ ਖਾਸ ਕਰਕੇ ਹਿੰਦੂ ਲੋਕ, ਉਹਨਾਂ ਦੀ ਖਾਤਰ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਾ ਜਾਮ ਪੀਤਾ ਹੈ। ਠੀਕ ਹੈ, ਆਪਣੇ ਧਰਮ ਦੇ ਲਈ ਵੀ ਧਰਮੀ ਸੂਰਮੇ ਕੁਰਬਾਨੀਆਂ ਕਰਦੇ ਆਏ ਹਨ, ਜਿਨ੍ਹਾਂ ਦੇ ਆਦਰਸ਼ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਲਿਖਿਆ ਹੈ।
सूरा सो पहचानिए जो लरै दीन के हेत। दीन ਦਾ ਅਰਥ ਹੈ ਮਜ਼ਹਬ, ਦੀਨ ਦਾ ਅਰਥ ਹੈ ਧਰਮ, ਤੇ ਦੂਸਰਾ ਦੀਨ ਦਾ ਅਰਥ ਵੀ ਜਿਹੜਾ ਦੀਨ ਦੁਖੀਆਂ ਦੀ ਖਾਤਰ, ਜਿਹੜੇ ਆਜਜ਼ ਨੇ, ਮੁਤਾਜ ਨੇ, ਬੇਬਸ ਨੇ, ਲਾਚਾਰ ਨੇ, ਉਹਨਾਂ ਦੀ ਖਾਤਰ ਵੀ ਲੜਦਾ ਮਰਦਾ ਹੈ, ਉਹ ਧਰਮੀ ਸੂਰਮਾ ਗਿਣਿਆ ਜਾਂਦਾ ਹੈ। ਜਦੋਂ ਆਪਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਕੋਈ ਵੀ ਭੁਲੇਖਾ ਨਹੀਂ ਰਹਿ ਜਾਂਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਆਪਣੇ ਧਰਮ ਲਈ ਨਹੀਂ ਸੀ, ਬਲਕਿ ਦੂਸਰੇ ਧਰਮ ਦੇ ਲਈ ਸੀ। ਇਸੇ ਲਈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਕੁਰਬਾਨੀ ਨੂੰ ਇਤਿਹਾਸਕਾਰਾਂ ਨੇ ਆਦੁਤੀ ਕੁਰਬਾਨੀ ਦਾ ਵੀ ਨਾਮ ਦਿੱਤਾ ਹੈ। ਆਦੁਤੀ ਦਾ ਅਰਥ ਹੈ ਲਾਸਾਨੀ, ਬੇਮਿਸਾਲ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਇਹ ਮਹਾਨ ਕੁਰਬਾਨੀ ਕੀਤੀ, ਜਦੋਂ ਆਪਾਂ ਇਹਦੇ ਪਿਛੋਕੜ ਵੱਲ ਜਾਂਦੇ ਹਾਂ, ਜੇ ਆਪਾਂ ਹੋਰ ਇਤਿਹਾਸਕਾਰਾਂ ਦੀ ਗੱਲ ਨੂੰ ਨਾ ਵੀ ਮੰਨੀਏ, ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਲਿਖਤ ਨੂੰ ਤਾਂ ਪ੍ਰਵਾਨ ਕਰਨਾ ਹੀ ਪਵੇਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਿੱਤਰ ਨਾਟਕ ਦੇ ਅੰਦਰ ਇਸ ਮਹਾਨ ਸਾਕੇ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਸ਼ਬਦ ਲਿਖੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਰੇ ਲਿਖਦੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ। ਇਹ ਤਿਲਕ ਜੰਨੂ ਦੀ ਰੱਖਿਆ ਵਾਸਤੇ ਸਤਿਗੁਰੂ ਦੀ ਕੁਰਬਾਨੀ ਹੋਈ। ਜਿੱਥੋਂ ਤੱਕ ਤਿਲਕ ਜੰਨੂ ਦਾ ਸਵਾਲ ਹੈ, ਇਹ ਹਿੰਦੂ ਧਰਮ ਦੇ ਹੀ ਚਿੰਨ੍ਹ ਸਮਝੇ ਜਾਂਦੇ ਸਨ। ਇਹਨਾਂ ਦਾ ਸਿੱਖ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ, ਬਲਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ, ਸਾਡੇ ਸਿੱਖਾਂ ਦੇ ਪ੍ਰਥਮ ਸਤਿਗੁਰੂ ਹੋਏ, ਔਰ ਉਹਨਾਂ ਦੇ ਬਾਰੇ ਇਹ ਇੱਕ ਇਤਿਹਾਸਕ ਗਾਥਾ ਪ੍ਰਸਿੱਧ ਹੈ। ਜਦੋਂ ਉਹਨਾਂ ਦੀ 8-10 ਸਾਲ ਦੀ ਉਮਰ ਹੋਈ ਤਾਂ ਉਹਨਾਂ ਦੇ ਸਤਿਕਾਰਯੋਗ ਬਾਬਾ ਕਾਲੂ ਜੀ ਨੇ ਹਰਦਿਆਲ ਪੁਰੋਹਿਤ ਨੂੰ ਬੁਲਾਇਆ ਅਤੇ ਨਾਲ ਹੀ ਇਹ ਆਖਿਆ, ਤੁਸੀਂ ਮੇਰੇ ਪੁੱਤਰ ਨੂੰ ਹਿੰਦੂ ਮਤ ਅਨੁਸਾਰ ਧਾਰਮਿਕ ਸੰਸਕਾਰ ਕਰਕੇ ਜਨੇਊ ਪਹਿਨਾ ਦਿਓ। ਇਤਿਹਾਸ ਦੱਸਦਾ ਹੈ, ਇੱਕ ਬਹੁਤ ਵੱਡਾ ਇਕੱਠ ਬੁਲਾਇਆ ਗਿਆ। ਬਹੁਤ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ, ਆਮ ਵੀ ਲੋਕ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ। ਪਰ ਜਦੋਂ ਹਰਦਿਆਲ ਪੁਰੋਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਗਲ ਦੇ ਵਿੱਚ ਜਨੇਊ ਪਾਉਣ ਲੱਗਿਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਤੇ ਨਾਲ ਇਹ ਉਹਨੂੰ ਸਿੱਖਿਆ ਬਖਸ਼ੀ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀਅ ਕਾ ਹੈ ਤਾਂ ਪਾਂਡੇ ਕਤ। ਉਸ ਹਰਦਿਆਲ ਪੁਰੋਹਿਤ ਨੂੰ ਸਤਿਗੁਰੂ ਕਹਿਣ ਲੱਗੇ, ਸਾਨੂੰ ਇਹ ਜਨੇਊ ਪ੍ਰਵਾਨ ਨਹੀਂ, ਜਿਸ ਨੂੰ ਧਾਰਨ ਕਰਕੇ ਮਨੁੱਖ ਦੇ ਜੀਵਨ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਬਹੁਤ ਸਾਰੇ ਲੋਕ ਅਸਾਂ ਵੇਖੇ ਨੇ, ਉਹ ਜਨੇਊ ਤਾਂ ਪਹਿਨ ਲੈਂਦੇ ਹਨ,
ਪਰ ਉਹ ਆਪਣੇ ਸਰੀਰ ਤੇ ਇੰਦਰੀਆਂ ਤੇ ਮਨ ਤੇ ਕੰਟਰੋਲ ਨਹੀਂ ਕਰ ਸਕਦੇ। ਤਗ ਨਾ ਇੰਦਰੀ ਤਗ ਨਾ ਨਾਰੀ, ਪਲਕੇ ਥੁੱਕ ਪਵੈ ਨੇ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਿਹਵਾ ਤਗ ਨਾ ਅੱਖੀ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਜਨੇਊ ਪਹਿਨਣਾ ਹੀ ਹੈ ਤਾਂ ਗਿਆਨ ਦਾ ਜਨੇਊ ਪਹਿਨੋ। ਇਹ ਸਿੱਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਪੰਡਤਾਂ ਨੂੰ ਤੇ ਖਾਸ ਕਰਕੇ ਪੰਡਤਾਂ ਦੇ ਮੁਖੀ ਪੁਰੋਹਿਤ ਨੂੰ ਬਖਸ਼ਿਸ਼ ਕੀਤੀ। ਹੁਣ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਗੱਲ ਸਪਸ਼ਟ ਹੈ, ਤਿਲਕ ਜੰਝੂ ਦੇ ਨਾਲ ਸਿੱਖ ਧਰਮ ਦਾ ਕੋਈ ਸੰਬੰਧ ਨਹੀਂ ਸੀ, ਕਿਉਂਕਿ ਜਿਹਦੇ ਬਾਰੇ ਪਹਿਲਾਂ ਹੀ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ, ਸ਼ਬਦ ਜਿਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਭਾਵੇਂ ਬਹੁਤ ਸਾਰੇ ਹਿੰਦੂ ਲੋਕ ਇਹ ਗੱਲ ਅਕਸਰ ਪ੍ਰਚਾਰਦੇ ਹਨ, ਸਿੱਖ ਧਰਮ ਹਿੰਦੂ ਧਰਮ ਦਾ ਹੀ ਇੱਕ ਫਿਰਕਾ ਹੈ, ਤੇ ਜਿਹੜੇ ਮੁਸਲਮਾਨ ਲੋਕ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਵੀ ਸਿੱਖ ਧਰਮ ਦਾ ਇਸਲਾਮ ਦੇ ਨਾਲ ਨੇੜ ਦਾ ਸੰਬੰਧ ਹੈ। ਚਾਹੇ ਕੁਝ ਵੀ ਹੋਵੇ, ਪਰ ਸਿੱਖ ਧਰਮ ਇੱਕ ਸੁਤੰਤਰ ਧਰਮ ਤੇ ਵਿਲੱਖਣ ਧਰਮ ਹੈ। ਕੀ ਤੁਸ ਆਪਣਾ ਪੰਥ ਨਿਰਾਲਾ, ਇਹ ਇੱਕ ਵੱਡੀ ਗਵਾਹੀ ਸਾਡੇ ਕੋਲ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਗਤਾਂ ਤੈਸਾ ਸਾਰੀਆ ਜੋੜ ਕਦੇ ਨਾ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਜੰਝੂ ਦੀ ਖਾਤਰ ਕੁਰਬਾਨੀ ਕੀਤੀ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ, ਜੇ ਤਿਲਕ ਜੰਝੂ ਦੇ ਨਾਲ ਸਿੱਖ ਧਰਮ ਦਾ ਕੋਈ ਸੰਬੰਧ ਨਹੀਂ ਸੀ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੀ ਖਾਤਰ ਕੁਰਬਾਨੀ ਕਿਉਂ ਕੀਤੀ? ਜਦੋਂ ਆਪਾਂ ਇਸ ਕਾਰਨ ਦੇ ਪਿਛੋਕੜ ਵੱਲ ਜਾਵਾਂਗੇ ਤਾਂ ਇਸ ਦੀ ਇਤਿਹਾਸ ਗਵਾਹੀ ਦੇਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਤਿਲਕ ਜੰਝੂ ਦੀ ਖਾਤਰ ਕੁਰਬਾਨੀ ਕਿਉਂ ਕਰਨੀ ਪਈ? ਉਹ ਇਤਿਹਾਸ ਨੂੰ ਯਾਦ ਕਰੋ। ਜਦੋਂ ਔਰੰਗਜ਼ੇਬ ਨੇ ਜਿੰਨੇ ਵੀ ਹਿੰਦੁਸਤਾਨ ਦੇ ਸੂਬੇ ਸਨ, ਉਸ ਵੇਲੇ 22 ਸੂਬੇ ਮੰਨੇ ਗਏ ਸਨ, ਉਹਨਾਂ ਸਾਰਿਆਂ ਨੂੰ ਹੀ ਇਹ ਹੁਕਮ ਦੇ ਦਿੱਤਾ ਸੀ ਬਈ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ ਨੇ, ਉਹਨਾਂ ਨੂੰ ਲਾਲਚ ਦੇ ਕੇ, ਡਰਾ ਧਮਕਾ ਕੇ, ਕਿਸੇ ਵੀ ਢੰਗ ਦੇ ਨਾਲ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਸਰਕਾਰੀ ਤੌਰ ਤੇ ਜਦੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਰਾਜ ਵੀ ਮੁਸਲਮਾਨਾਂ ਦਾ ਸੀ, ਸੂਬੇ ਵੀ ਤਾਂ ਮੁਸਲਮਾਨ ਸਨ, ਤੇ ਜਿੰਨੇ ਹਿੰਦੂ ਸਨ ਉਹ ਜਾਂ ਤੇ ਗੁਲਾਮ ਸਨ ਤੇ ਜਾਂ ਫਿਰ ਉਹ ਬਿਲਕੁਲ ਮੁਰਦਾ ਹੋ ਚੁੱਕੇ ਸਨ। ਹੁਣ ਉਹਨਾਂ ਦੇ ਅੰਦਰ ਇਸ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਸੀ ਰਹੀ। ਇਸੇ ਲਈ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਕਸ਼ਮੀਰ ਦੇ ਅੰਦਰ ਹਿੰਦੂਆਂ ਦਾ ਕਾਫੀ ਧਾਰਮਿਕ ਤੌਰ ਤੇ ਬੋਲਬਾਲਾ ਸੀ। ਜਿਹੜਾ ਕਸ਼ਮੀਰ ਦਾ ਸੂਬਾ ਸ਼ੇਰ ਅਫਗਨ ਖਾਂ, ਇਤਿਹਾਸ ਵਿੱਚ ਉਸ ਦਾ ਨਾਮ ਲਿਖਿਆ ਹੈ, ਉਹਨੂੰ ਬਾਦਸ਼ਾਹ ਨੇ ਹੁਕਮ ਕੀਤਾ ਬਈ ਤੂੰ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ। ਇਸ ਨੇ ਇੱਕ ਪ੍ਰਣ ਕੀਤਾ ਕਿ ਹਰ ਰੋਜ਼ 1.25 ਮਣ ਜੰਝੂ ਉਤਾਰ ਕੇ, ਭਾਵ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ, ਤੇ ਫਿਰ ਇਹ ਅੰਨ ਪਾਣੀ ਛਕਦਾ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ, 1.25 ਮਣ ਜੰਝੂ। ਇੱਕ ਜੰਝੂ ਦਾ ਤੋਲ 3.5 ਮਾਸੇ ਜਾਂ 4 ਮਾਸੇ ਦੇ ਕਰੀਬ ਮੰਨਿਆ, ਤੇ ਜਦੋਂ ਆਪਾਂ ਗਿਣਤੀ ਕਰਾਂਗੇ ਤਕਰੀਬਨ 18 ਜਾਂ 20 ਹਜ਼ਾਰ ਗਿਣਤੀ ਬਣ ਜਾਂਦੀ ਹੈ। ਇਹਦਾ ਮਤਲਬ ਇਹ ਹੈ ਬਈ 18-20 ਹਜ਼ਾਰ ਦੇ ਕਰੀਬ ਹਰ ਰੋਜ਼ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਸਾਰੇ ਹਿੰਦੂਆਂ ਵਿੱਚ ਹਾਹਾਕਾਰ ਮਚ ਗਈ। ਹਾਹਾਕਾਰ ਤੇ ਮਚ ਗਈ, ਪਰ ਇਸ ਜ਼ੁਲਮ ਦਾ ਵਿਰੋਧ ਕਰਨ ਵਾਲਾ ਕੋਈ ਵੀ ਨਾ ਉੱਠਿਆ। ਆਖਰਕਾਰ ਜਿਹੜੇ ਧਰਮੀ ਹਿੰਦੂ ਸਨ, ਉਹਨਾਂ ਨੇ ਮੋਹਲਤ ਮੰਗੀ ਬਈ ਸਾਨੂੰ ਕੁਝ ਮੋਹਲਤ ਦਿੱਤੀ ਜਾਵੇ, ਅਸੀਂ ਇਸ ਬਾਰੇ ਵਿਚਾਰ ਕਰ ਸਕੀਏ, ਸਲਾਹ ਕਰ ਸਕੀਏ। ਉਹਨਾਂ ਨੂੰ ਕੁਝ ਸਮੇਂ ਦੀ ਮੋਹਲਤ ਮਿਲ ਗਈ ਤੇ ਉਹਨਾਂ ਪੰਡਤਾਂ ਨੇ, ਉਹਨਾਂ ਬ੍ਰਾਹਮਣਾਂ ਨੇ
ਅਮਰਨਾਥ ਦੇ ਮੰਦਰ ਵਿੱਚ ਜਾ ਕੇ ਉੱਥੇ ਜਾ ਕੇ ਤਪੱਸਿਆ ਆਰੰਭ ਕਰ ਦਿੱਤੀ ਤੇ ਨਾਲ ਹੀ ਵਰਤ ਵੀ ਰੱਖਿਆ, ਭੁੱਖ ਹੜਤਾਲ ਵੀ ਰੱਖੀ। ਜਦੋਂ ਕੁਝ ਸਮਾਂ ਭੁੱਖ ਹੜਤਾਲ ਰੱਖ ਕੇ ਇਹਨਾਂ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ ਤਾਂ ਇਤਿਹਾਸ ਦੱਸਦਾ ਹੈ ਉਸ ਵੇਲੇ ਇਹਨਾਂ ਨੂੰ ਆਕਾਸ਼ਬਾਣੀ ਹੋਈ ਜਾਂ ਇਹਨਾਂ ਨੂੰ ਅਮਰਾਵਤੀ ਅੱਖਰਾਂ ਦੇ ਵਿੱਚ ਇੱਕ ਚਿੱਠੀ ਮਿਲੀ ਔਰ ਉਹਦੇ ਵਿੱਚ ਲਿਖਿਆ ਹੋਇਆ ਸੀ, ਤੁਹਾਡੇ ਧਰਮ ਦੀ ਰੱਖਿਆ ਜੇ ਕੋਈ ਕਰ ਸਕਦਾ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਜਦੋਂ ਇਹਨਾਂ ਨੇ ਉਸ ਨੂੰ ਪੜ੍ਹਿਆ ਤੇ ਫਿਰ ਉਹਨਾਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਬਈ ਉਹ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਨੇ। ਇਹਨਾਂ ਦਾ ਮੁਖੀ ਸੀ ਕਿਰਪਾ ਰਾਮ ਪੰਡਤ। 500 ਬ੍ਰਾਹਮਣ ਇਕੱਠੇ ਹੋ ਕੇ ਕਸ਼ਮੀਰ ਦੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਤਿਹਾਸ ਦੱਸਦਾ ਹੈ ਜਦੋਂ ਇਹ 500 ਦੇ ਕਰੀਬ ਬ੍ਰਾਹਮਣ ਲੋਕ, ਪੰਡਤ ਲੋਕ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੀਵਾਨ ਸਜਾਇਆ ਔਰ ਇਹਨਾਂ ਪੰਡਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਪੁਕਾਰ ਕੀਤੀ, ਹੱਥ ਜੋੜੇ, ਲੇਲੜੀਆਂ ਕੱਢੀਆਂ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ, ਰੱਬ ਦਾ ਵਾਸਤਾ ਹੈ ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ। ਸਵਾਲ ਧਰਮ ਦਾ ਪਾਇਆ ਗਿਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਇਹਨਾਂ ਪੰਡਤਾਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ ਤਾਂ ਉਸ ਵੇਲੇ ਛੋਟੀ ਉਮਰ ਦੇ ਵਿੱਚ ਖੇਡਦੇ ਹੋਏ ਬਾਲਾ ਪ੍ਰੀਤਮ ਚੌਜੀ ਪਾਤਸ਼ਾਹ ਗੋਬਿੰਦ ਰਾਏ ਜੀ ਵੀ ਪਹੁੰਚ ਗਏ ਔਰ ਉਹਨਾਂ ਨੇ ਆਪਣੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੀ ਡੂੰਘੀ ਸੋਚ ਵਿਚਾਰ ਦੇ ਵਿੱਚ ਪਿਆ ਦੇਖ ਕੇ ਸਵਾਲ ਕੀਤਾ, ਪਿਤਾ ਜੀ ਇਹ ਕੌਣ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਇਹ ਕਸ਼ਮੀਰੀ ਪੰਡਤ ਹਨ। ਇਹ ਕਿਸ ਵਾਸਤੇ ਆਏ ਨੇ? ਤਾਂ ਸਤਿਗੁਰੂ ਦਾ ਜਵਾਬ ਸੀ, ਇਹ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਨੇ। ਗੋਬਿੰਦ ਰਾਏ ਜੀ ਦਾ ਸਵਾਲ ਸੀ, ਇਹਨਾਂ ਦੇ ਧਰਮ ਨੂੰ ਕਿਸ ਤੋਂ ਖਤਰਾ ਪੈਦਾ ਹੋ ਗਿਆ ਤੇ ਕਿਉਂ ਹੋਇਆ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਇਹਨਾਂ ਦੇ ਧਰਮ ਨੂੰ ਖਤਰਾ ਮੌਕੇ ਦੀ ਸਰਕਾਰ ਤੋਂ ਹੈ, ਕਿਉਂਕਿ ਇਸ ਵੇਲੇ ਮੁਸਲਮਾਨਾਂ ਦੀ ਹਕੂਮਤ ਹੈ। ਉਹਨਾਂ ਨੇ ਜਬਰਨ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਤਹਈਆ ਕਰ ਲਿਆ ਔਰ ਉਹਨਾਂ ਨੇ ਐਲਾਨੀਆ ਤੌਰ ਤੇ ਇਹ ਗੱਲ ਕਹਿ ਦਿੱਤੀ ਹੈ ਵੀ ਜਿਹੜਾ ਵੀ ਹਿੰਦੂ ਮੁਸਲਮਾਨ ਬਣੇਗਾ ਉਹੀ ਹਿੰਦੁਸਤਾਨ ਦਾ ਨਾਗਰਿਕ ਬਣ ਸਕਦਾ ਹੈ, ਦੂਸਰਿਆਂ ਨੂੰ ਗੁਲਾਮ ਹੀ ਰਹਿਣਾ ਪਵੇਗਾ ਤੇ ਉਹਨਾਂ ਨੂੰ ਤਸੀਹੇ ਚੱਲਣੇ ਪੈਣਗੇ। ਇਸ ਲਈ ਇਹ ਹੁਣ ਆਪਣੇ ਧਰਮ ਦੀ ਰੱਖਿਆ ਦੀ ਖਾਤਰ ਗੁਰੂ ਨਾਨਕ ਦੇ ਘਰ ਫਰਿਆਦ ਕਰਨ ਵਾਸਤੇ ਆਏ ਨੇ। ਗੋਬਿੰਦ ਰਾਏ ਜੀ ਨੇ ਬਹੁਤ ਗੰਭੀਰ ਹੋ ਕੇ ਪੁੱਛਿਆ ਕਿ ਪਿਤਾ ਜੀ ਇਹਨਾਂ ਦੇ ਧਰਮ ਦੀ ਰੱਖਿਆ ਹੁਣ ਕਿਵੇਂ ਹੋ ਸਕਦੀ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਕੋਈ ਮਹਾਂਪੁਰਖ, ਕੋਈ ਧਰਮਾਤਮਾ ਇਹਨਾਂ ਦੇ ਧਰਮ ਦੀ ਖਾਤਰ ਕੁਰਬਾਨੀ ਕਰੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਜਦੋਂ ਇਹ ਸਵਾਲ ਕੀਤਾ ਗਿਆ ਤਾਂ ਜਿਹੜੇ ਪੰਡਤ ਸਨ ਉਹਨਾਂ ਵੱਲ ਸਵਾਲੀਆ ਨਜ਼ਰ ਦੇ ਨਾਲ ਗੋਬਿੰਦ ਰਾਏ ਜੀ ਨੇ ਤੱਕਿਆ ਬਈ ਇਹਨਾਂ ਵਿੱਚ ਕੋਈ ਐਸਾ ਮਹਾਂਪੁਰਖ ਨਹੀਂ ਜਿਹੜਾ ਧਰਮ ਦੀ ਖਾਤਰ ਕੁਰਬਾਨੀ ਕਰ ਸਕੇ। ਪਰ ਉਹਨਾਂ ਦੀ ਚੁੱਪ ਤੇ ਉਹਨਾਂ ਦੀਆਂ ਨੀਵੀਆਂ ਦੱਸ ਰਹੀਆਂ ਸਨ ਬਈ ਉਹ ਕੁਰਬਾਨੀ ਕਰਨ ਲਈ ਹਾਲੇ ਤਿਆਰ ਨਹੀਂ। ਉਹਨਾਂ ਦੀ ਇਸ ਕਮਜ਼ੋਰੀ ਨੂੰ ਅਨੁਭਵ ਕਰਕੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਇਹ ਪਿਤਾ ਜੀ, ਜੇ ਇਹਨਾਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ, ਫਿਰ ਤੁਹਾਡੇ ਨਾਲੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਤੁਹਾਡੇ ਨਾਲੋਂ ਵੱਧ ਪਵਿੱਤਰ ਆਤਮਾ ਧਰਮਾਤਮਾ ਕੌਣ ਹੋ ਸਕਦਾ ਹੈ? ਤੇ ਕਿਰਪਾ ਕਰੋ ਇਹਨਾਂ ਦਾ ਧਰਮ ਬਚ ਜਾਵੇ
ਤੇ ਤੁਸੀਂ ਜਾ ਕੇ ਕੁਰਬਾਨੀ ਕਰੋ। ਇਹ ਗੱਲ ਸੁਣਦਿਆਂ ਸਾਰ ਇਹਨਾਂ ਪੰਡਤਾਂ ਦੇ ਚਿਹਰੇ ਤੇ ਰੌਣਕਾਂ ਆ ਗਈਆਂ। ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਖ ਦੇ ਲਈ ਆਖਿਆ ਕਿ ਲਾਲ ਜੀ, ਤੁਸੀਂ ਇਸ ਗੱਲ ਨੂੰ ਵੀ ਸੋਚ ਲਵੋ, ਤੁਹਾਡੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਵੇਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਗੋਬਿੰਦ ਰਾਏ ਸਨ। ਕਹਿਣ ਲੱਗੇ, ਪਿਤਾ ਜੀ, ਮੈਂ ਆਪੇ ਉਸ ਪਰੋਂ ਪਿਤਾ ਪਰਮਾਤਮਾ ਦੇ ਆਸਰੇ ਦਿਨ ਕੱਟ ਲਵਾਂਗਾ ਜਿਸ ਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ। ਮੈਂ ਆਪਣਾ ਸੋ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਤਾਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਪਰ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੰਨਾ ਕੁ ਵਾਰਤਾਲਾਪ ਹੋਇਆ। ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਪੰਡਤਾਂ ਨੂੰ ਕਹਿ ਦਿੱਤਾ ਬਈ ਜਾਓ, ਜਾ ਕੇ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਬਈ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਗੁਰੂ ਤਸਲੀਮ ਕੀਤਾ ਹੈ ਤੇ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ ਤੇ ਅਸੀਂ ਆਪਣੇ ਆਪ ਹੀ ਸਾਰੇ ਮੁਸਲਮਾਨ ਬਣ ਜਾਵਾਂਗੇ। ਹੁਣ ਜਦੋਂ ਇਹ ਗੱਲ ਪੰਡਤਾਂ ਨੇ ਸੁਣੀ, ਉਹ ਤਾਂ ਬੜੇ ਖੁਸ਼ ਹੋਏ ਵੀ ਸਾਡੇ ਗਲੋਂ ਬਲਾ ਲੱਥੀ ਤੇ ਹੁਣ ਆਪੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮਰਜ਼ੀ ਸਿੱਝਣ। ਅਖੀਰ ਜਦੋਂ ਔਰੰਗਜ਼ੇਬ ਤੱਕ ਇਹ ਗੱਲ ਪਹੁੰਚੀ ਤੇ ਉਸ ਨੇ ਗੁਰੂ ਮਹਾਰਾਜ ਦੇ ਕੋਲ ਅਹਿਦੀਏ ਭੇਜ ਦਿੱਤੇ ਔਰ ਉਹਨਾਂ ਅਹਿਦੀਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਕਿ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ। ਭਾਵੇਂ ਸਤਿਗੁਰੂ ਨੂੰ ਪਤਾ ਸੀ ਜੋ ਕੁਝ ਉੱਥੇ ਹੋਣਾ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਅਹਿਦੀਆਂ ਨੂੰ ਕਹਿਣ ਲੱਗੇ, ਜਾਓ, ਜਾ ਕੇ ਆਪਦੇ ਬਾਦਸ਼ਾਹ ਨੂੰ ਕਹਿ ਦੇਣਾ ਉਹਨੂੰ ਹੋਰ ਬੰਦੇ ਭੇਜਣ ਦੀ, ਅਹਿਦੀਏ ਭੇਜਣ ਦੀ ਲੋੜ ਨਹੀਂ। ਅਸੀਂ ਆਪਣੇ ਆਪ ਹੀ ਉਹਦੇ ਪਾਸ ਪਹੁੰਚ ਜਾਵਾਂਗੇ। ਜਦੋਂ ਕਵੇ ਤੇ ਜਿੱਥੇ ਆਖੇ ਅਸੀਂ ਆਪਣੇ ਆਪ ਪਹੁੰਚ ਜਾਵਾਂਗੇ। ਜਦੋਂ ਇਹ ਖਬਰ ਲੈ ਕੇ ਅਹਿਦੀਏ ਔਰੰਗਜ਼ੇਬ ਦੇ ਪਾਸ ਗਏ ਤੇ ਔਰੰਗਜ਼ੇਬ ਬੜਾ ਖੁਸ਼ ਹੋਇਆ। ਕਹਿਣ ਲੱਗਾ, ਜੇ ਇੱਕ ਬੰਦੇ ਦੇ ਨਾਲ ਹੀ ਸਾਰੇ ਹਿੰਦੂ ਮੁਸਲਮਾਨ ਬਣ ਜਾਣ ਤੇ ਫਿਰ ਹੋਰ ਇਦੋਂ ਮੇਰੇ ਲਈ ਗਨੀਮਤ ਕੀ ਹੋ ਸਕਦੀ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਚੱਲ ਪਏ ਹਨ। ਰਸਤੇ ਵਿੱਚ ਗੁਰਸਿੱਖ ਸੰਗਤਾਂ ਨੂੰ ਤਾਰਦੇ ਹੋਏ ਆਗਰੇ ਪਹੁੰਚੇ। ਆਗਰੇ ਜਾ ਕੇ ਗੁਰੂ ਮਹਾਰਾਜ ਨੇ ਗ੍ਰਿਫਤਾਰੀ ਦਿੱਤੀ। 1400 ਘੋੜਸਵਾਰਾਂ ਦੇ ਸਾਏ ਹੇਠ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ 5 ਸਿੱਖਾਂ ਸਮੇਤ ਦਿੱਲੀ ਵਿਖੇ ਲਿਆਂਦਾ ਗਿਆ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਭੂਤਾਂ ਵਾਲੀ ਹਵੇਲੀ ਵਿੱਚ ਟਿਕਾਇਆ ਗਿਆ, ਕਿਉਂਕਿ ਇਹਨਾਂ ਮੁਸਲਮਾਨਾਂ ਦਾ ਇਹ ਖਿਆਲ ਸੀ ਬਈ ਜੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਕਰਨੀ ਵਾਲੇ ਹੋਏ ਜਾਂ ਕਰਾਮਾਤੀ ਹੋਏ ਫਿਰ ਤੇ ਬਚ ਸਕਦੇ ਨੇ, ਤੇ ਨਹੀਂ ਤੇ ਵਰਨਾ ਉਸ ਭੂਤ ਨੇ ਇਹਨਾਂ ਨੂੰ ਉੱਥੇ ਹੀ ਸਮਾਪਤ ਕਰ ਦੇਣਾ ਹੈ। ਔਰ ਕਹਿੰਦੇ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਸ ਭੂਤ ਵਾਲੀ ਹਵੇਲੀ ਵਿੱਚ ਗਏ ਤੇ ਜਿਹੜਾ ਉਹ ਭੂਤ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ। ਉਸਨੇ ਵੀ ਸੇਵਾ ਦੀ ਯਾਚਨਾ ਕੀਤੀ ਤੇ ਗੁਰੂ ਮਹਾਰਾਜ ਨੂੰ ਪੋਨੇ ਗੰਨੇ ਲਿਆ ਕੇ ਭੇਟ ਕੀਤੇ ਤੇ ਸਤਿਗੁਰੂ ਮਹਾਰਾਜ ਦੀਆਂ ਜੂਠੀਆਂ ਛਿੱਲਾਂ ਚੂਪ ਕੇ ਉਸ ਪ੍ਰੇਤ ਦੀ ਵੀ ਕਲਿਆਣ ਹੋ ਗਈ। ਇਹ ਤੇ ਉਸ ਦੇ ਵੱਡੇ ਪਾਕ ਸਨ। ਉਸ ਪ੍ਰੇਤ ਦੀ ਵੀ ਕਲਿਆਣ ਹੋਈ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਤਵਾਲੀ ਵਿੱਚ ਕੈਦ ਕੀਤਾ ਗਿਆ, ਜਿਹੜੀ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਕੋਲੇ ਬਿਲਡਿੰਗ ਹੈ। ਹੁਣ ਤੇ ਸੰਗਤਾਂ ਦੀ ਰਿਹਾਇਸ਼ ਲਈ ਉਹ ਇੱਕ ਸਰਾਂ ਬਣ ਚੁੱਕੀ ਹੈ, ਪਰ ਪਹਿਲਾਂ ਉਹ ਇੱਕ ਕੋਤਵਾਲੀ ਸੀ ਤੇ ਹੁਣ ਤੱਕ ਵੀ ਉਹ ਕੋਤਵਾਲੀ ਰਹੀ ਹੈ। ਆ ਥੋੜੇ ਜਿਹੇ ਸਮੇਂ ਤੋਂ ਹੀ ਉਹ ਕੋਤਵਾਲੀ ਸੰਗਤਾਂ ਦੀ ਰਿਹਾਇਸ਼ ਲਈ ਹੁਣ ਇੱਕ ਸਰਾਂ ਦੇ ਰੂਪ ਦੇ ਵਿੱਚ ਬਣ ਗਈ ਹੈ। ਔਰ ਕਹਿੰਦੇ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਕੋਤਵਾਲੀ ਵਿੱਚ ਕੈਦ ਕੀਤਾ ਗਿਆ ਤੇ ਔਰੰਗਜ਼ੇਬ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਵੱਲੋਂ ਸੁਨੇਹਾ ਭੇਜਿਆ ਬਈ ਬਾਦਸ਼ਾਹ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦੇ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਠੀਕ ਹੈ, ਬਾਦਸ਼ਾਹ ਗੱਲ ਕਰ ਲਵੇ। ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ, ਬਈ ਦੇਖੋ, ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ, ਕੋਈ ਝਗੜਾ ਨਹੀਂ, ਕੋਈ ਤਕਰਾਰ ਨਹੀਂ। ਮੇਰਾ ਸਿਰਫ ਇਹਨਾਂ ਕਾਫਰਾਂ ਦੇ ਨਾਲ ਝਗੜਾ ਹੈ, ਤੇ ਤੁਸੀਂ ਖਾਮਖਾ ਵਿੱਚ ਕਿਉਂ ਰੋੜਾ ਬਣਦੇ ਹੋ? ਮੈਂ ਤੁਹਾਨੂੰ ਬੜੀ ਨੇਕ ਸਲਾਹ ਦਿੰਦਾ ਹਾਂ, ਬਈ ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾਓ। ਜੋ ਕੁਝ ਮੈਂ ਕਰਨਾ ਚਾਹੁੰਦਾ ਹਾਂ ਮੈਨੂੰ ਕਰਨ ਦਿਓ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਤੂੰ ਦੱਸ ਕੀ ਕਰਨਾ ਚਾਹੁੰਦਾ? ਉਹ ਕਹਿਣ ਲੱਗਾ, ਉਹਨੇ ਆਪਣੇ ਦਿਲ ਦੀ ਗੱਲ ਦੱਸੀ। ਕਹਿੰਦਾ, ਮੈਂ ਦੋ ਮਜ਼ਹਬਾਂ ਦਾ ਇੱਕ ਮਜ਼ਹਬ ਕਰਨਾ ਚਾਹੁੰਦਾ ਹਾਂ, ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹਾਂ। ਜਦੋਂ ਇਹ ਗੱਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੀ ਤੇ ਕਹਿਣ ਲੱਗੇ, ਤੂੰ ਤੇ ਇਹ ਸੋਚਦਾ ਬਈ ਮੈਂ ਦੋਹਾਂ ਤੋਂ ਇੱਕ ਕਰ ਦੇਵਾਂ, ਪਰ ਉਸ ਸਾਡੇ ਵਾਹਿਗੁਰੂ ਨੂੰ ਕੁਝ ਹੋਰ ਪਾਉਂਦਾ ਹੈ। ਔਰੰਗਜ਼ੇਬ ਹੈਰਾਨ ਹੋਇਆ। ਉਹ ਕਹਿਣ ਲੱਗਾ, ਉਸ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ? ਤਾਂ ਅੱਗੋਂ ਸਤਿਗੁਰੂ ਨੇ ਜਵਾਬ ਦਿੱਤਾ, ਬਈ ਉਸ ਅਕਾਲ ਪੁਰਖ ਨੂੰ ਇਹ ਪਾਉਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਦੋਹਾਂ ਤੋਂ ਤਿੰਨ ਪੰਥ ਬਣਨਗੇ। ਤੂੰ ਤੇ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਦੋਹਾਂ ਤੋਂ ਤਿੰਨ ਹੋਣਗੇ। ਔਰੰਗਜ਼ੇਬ ਸਤਿਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਤੋਂ ਇੰਨਾ ਤਰਬਕਿਆ ਤੇ ਇੰਨਾ ਇਹ ਭੜਕਿਆ, ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿਣ ਲੱਗੇ, ਅੱਛਾ ਹੁਣੇ ਵੇਖਣਾ ਚਾਹੁੰਦਾ? ਕਹਿੰਦਾ, ਹਾਂ ਦਿਖਾਓ। ਗੁਰੂ ਮਹਾਰਾਜ ਨੇ ਇੱਕ ਮਣ ਕਾਲੀਆਂ ਮਿਰਚਾਂ ਮੰਗਵਾਈਆਂ ਤੇ ਉਹਨਾਂ ਨੂੰ ਅੱਗ ਲਾ ਕੇ ਸਾੜਨ ਦਾ ਹੁਕਮ ਕੀਤਾ। ਪਰ ਜਦੋਂ ਸਾਰੀਆਂ ਮਿਰਚਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਸਤਿਗੁਰੂ ਕਹਿਣ ਲੱਗੇ, ਹੁਣ ਜਿੰਨੀ ਇਹ ਸੁਆਹ ਹੈ ਮਿਰਚਾਂ ਦੀ, ਇਹਨਾਂ ਨੂੰ ਛਾਣ ਕੇ ਕੱਪੜ ਛਾਣ ਕੀਤਾ ਜਾਵੇ। ਕਹਿੰਦੇ, ਠੀਕ ਹੈ। ਜਦੋਂ ਸਾਰੀ ਸੁਆਹ ਨੂੰ ਛਾਣਿਆ ਗਿਆ ਤੇ ਉਹਦੇ ਵਿੱਚੋਂ 3 ਮਿਰਚਾਂ ਸਾਬਤ ਨਿਕਲੀਆਂ। ਗੁਰੂ ਮਹਾਰਾਜ ਕਹਿਣ ਲੱਗੇ, ਲੈ ਆਹ ਹੈ ਖੁਦਾ ਦੀ ਮਰਜ਼ੀ, ਆਹ ਹੈ ਪਰਮੇਸ਼ਰ ਦੀ ਮਰਜ਼ੀ। ਉਹ ਕਹਿਣ ਲੱਗਾ, ਮਹਾਰਾਜ ਮੈਂ ਨਹੀਂ ਸਮਝ ਸਕਿਆ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਤੇ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਰੱਬ ਇਹ ਕਹਿੰਦਾ ਵੀ ਦੋਹਾਂ ਤੋਂ 3 ਕਰਨੇ ਨੇ, ਤੇ ਹੁਣ 3 ਪੰਥ ਹੋਣਗੇ। ਤੀਜਾ ਕੌਣ ਹੋਵੇਗਾ? ਉਹ ਖਾਲਸਾ ਪੰਥ ਹੋਵੇਗਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੇ ਸਾਹਮਣੇ ਇਹ ਬਚਨ ਕਹੇ। ਔਰੰਗਜ਼ੇਬ ਬੜਾ ਹੈਰਾਨ ਹੋਇਆ। ਫਿਰ ਕਹਿਣ ਲੱਗਾ, ਮੈਂ ਤੇ ਸੋਚਿਆ ਸੀ ਬਈ ਤੁਸੀਂ ਮੇਰੀ ਗੱਲ ਨੂੰ ਪ੍ਰਵਾਨ ਕਰ ਲਵੋਗੇ, ਪਰ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਹੁਣ ਮੈਂ ਤੁਹਾਨੂੰ ਦੂਸਰੀ ਗੱਲ ਵੀ ਦੱਸ ਦੇਣਾ ਚਾਹੁੰਦਾ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਵੀ ਉਹ ਵੀ ਦੱਸ ਦੇ, ਤੂੰ ਆਪਣੇ ਦਿਲ ਵਿੱਚ ਨਾ ਰੱਖੀ, ਜੋ ਤੇਰੇ ਦਿਲ ਦੇ ਅਰਮਾਨ ਨੇ ਹੁਣ ਸਾਹਮਣੇ ਦੱਸ ਦੇ। ਔਰੰਗਜ਼ੇਬ ਕਹਿਣ ਲੱਗਾ, ਮੇਰਾ ਸੁਭਾਅ ਬਹੁਤ ਸਖਤ ਹੈ, ਮੈਂ ਬੜਾ ਜ਼ਾਲਮ ਹਾਂ। ਸਤਿਗੁਰੂ ਕਹਿਣ ਲੱਗੇ, ਤੇ ਸਾਨੂੰ ਪਹਿਲਾਂ ਹੀ ਪਤਾ ਹੈ, ਇਹ ਕੋਈ ਰੁਕੀ ਛਿਪੀ ਗੱਲ ਤੇ ਨਹੀਂ, ਜੋ ਕੁਝ ਤੂੰ ਕਰ ਰਿਹਾ ਹੈ ਸਾਰੀ ਦੁਨੀਆ ਨੂੰ ਪਤਾ ਹੈ, ਪਰ ਤੂੰ ਦੱਸ ਕਹਿਣਾ ਕੀ ਚਾਹੁੰਦਾ? ਉਹ ਕਹਿੰਦਾ, ਲਾ ਹੁਣ ਤੁਹਾਡੇ ਸਾਹਮਣੇ ਮੇਰੇ 3 ਸਵਾਲ ਨੇ। ਸਭ ਤੋਂ ਪਹਿਲਾਂ ਇਹ, ਬਈ ਤੁਹਾਨੂੰ ਮੇਰੇ ਅਧੀਨ ਰਹਿਣਾ ਪਵੇਗਾ, ਜੋ ਮੈਂ ਕਹਾਂ ਤੁਹਾਨੂੰ ਮੇਰੀ ਹਾਂ ਵਿੱਚ ਹਾਂ ਮਿਲਾਉਣੀ ਪਵੇਗੀ, ਤੇ ਮੇਰੀ ਇੱਛਾ ਦੇ ਅਨੁਸਾਰ ਤੁਹਾਨੂੰ ਕਰਾਮਾਤਾਂ ਵੀ ਦਿਖਾਉਣੀਆਂ ਪੈਣਗੀਆਂ। ਦੇਖ ਲਓ, ਜੇ ਤਾਂ ਤੁਸੀਂ ਮੇਰੇ ਨਾਲ ਬਣਾ ਕੇ ਰੱਖੋਗੇ, ਫਿਰ ਤੁਸੀਂ ਮੇਰੇ ਰਾਜ ਦੇ ਵਿੱਚ ਸੁਖੀ ਵਸ ਸਕਦੇ ਹੋ, ਵਰਨਾ ਨਹੀਂ ਤੁਹਾਡੇ ਨਾਲ ਵੀ ਮੈਂ ਸਖਤੀ ਨਾਲ ਪੇਸ਼ ਆ ਸਕਦਾ ਹਾਂ।